ਤੁਹਾਡੇ ਸਾਹਮਣੇ ਆ ਰਹੀ ਹੈ ਰੁਚਿਕਾ ਐਂਡ ਗਰੁੱਪ। ਕਹਿਣ ਦੀ ਲੋੜ ਨਹੀਂ ਹੈ, ਤਾਲੀਆਂ ਯਾਰ ਤਾਲੀਆਂ। सूट पोड़ हट की तू पापलीन दे ओडे जे कसाई फिरे बिलो जीन दे सूट पोड़ हट की तू पापलीन दे ओडे जे कसाई फिरे बिलो जीन दे इवें कच मोती तेरा सुच्चा हो गया ये इत्थे छत दा पजामा मुड़े ऊंचा हो गया छत दा पजामा मुड़े ऊंचा हो गया तू होगी बाटू टू ओकड़िए बाटू टू ओ हो गई मुंडे दी पतंगा वर्गी तू एवें उड्डी दी ओ हो गई मुंडे दी हिलण चलदी टुक टुक तू करदी मेकअप तू करदी अंग्रेजी पढ़दी गिट पिट तू करदी जिम्मे कोई न साडी विक्टोरिया तू कंटी बिग वैन दी पूरा लंदन ठुमकदा ओ जदों नचे पैन दी पूरा लंदन ठुमकदा तू घंटी बिग बैन दी पूरा लंदन ठुमकदा ओ जदों नचे पैन दी पूरा लंदन ठुमकदा Remember, all we did was care for each other. But the night was warm, we were bold and young. All around, the wind blows, we would only hold on to let go. Blow kiss, fire gun, we would need someone to lean on. Blow kiss, fire gun, all we need is somebody to lean on. Blow kiss, fire gun, we would need someone to lean on. Blow kiss, fire gun, all we need is somebody to lean on. Wonderful performance. Give a big round of applause for them, man. ਤੇ ਹੁਣ ਆਪਣਾ ਅਗਲਾ ਨਾਚ ਲੈ ਕੇ ਆ ਰਹੇ ਹਨ। ਮੈਂ ਕੋ ਦੱਸਾਂ ਪਹਿਲਾਂ ਸਾਨੂੰ ਕੁਝ ਸੁਣਾ ਦਾ ਦੋ ਚਾਰ ਲਾਈਨਾਂ ਉਸ ਤਰ੍ਹਾਂ ਹੀ ਹੈ ਯਾਦ ਹੀ ਨਹੀਂ ਆ ਰਹੀ। ਬਦਲੇ ਲੋਕ ਬਦਲੇ ਹਾਲਾਤ ਗੱਲਾਂ ਉੱਚੀਆਂ ਨੇ ਕਰਦੇ ਪਰ ਇੰਨੀ ਹੈ ਨਹੀਂ ਔਕਾਤ। ਭੁੱਲ ਗਿਆ ਕੋਈ ਨਾ मतलब
ਇਸ ਤਰ੍ਹਾਂ ਤੇ ਤਾਲੀਆਂ ਮਾਰ ਦਿਓ ਯਾਰ ਮੇਰੀ ਦੋ ਲਾਈਨਾਂ ਲਈ। ਤੇ ਹੁਣ ਆਪਣਾ ਅਗਲਾ ਨਾਚ ਲੈ ਕੇ ਆ ਰਹੇ ਹਨ ਗੁਰਲੀਨ ਐਂਡ ਗਰੁੱਪ। ਜ਼ੋਰਦਾਰ ਤਾਲੀਆਂ, ਜ਼ੋਰਦਾਰ ਤਾਲੀਆਂ। ਯਾਦ ਰਹਿਣਾ ਘੰਟਾ ਵੱਬਦਾ ਮੋਢੇ ਡਾਂਗ ਤਰੀਆ ਸੱਕੀਆਂ ਪਰਾਂ ਦੇ ਵਾਲੀ ਦਿਲ ਹਾਰ ਕੀਤੇ ਪੂਰੀ ਗੌਰ ਕਰੀਆ ਚੜਤੇ ਤੇ ਯਾਦ ਰਹਿਣਾ ਘੰਟਾ ਵੱਬਦਾ ਮੋਢੇ ਡਾਂਗ ਤਰੀਆ ਸੱਕੀਆਂ ਪਰਾਂ ਦੇ ਵਾਲੀ ਦਿਲ ਹਾਰ ਕੀਤੇ ਪੂਰੀ ਗੌਰ ਕਰੀਆ ਉਹ ਅੜਕਾਂ ਵਾਲੇ ਉਹ ਬੰਦੇ ਕਰਦੇ ਨੇ ਹੱਸ ਹੱਸ ਗੱਲ ਮਾਰਦੀ ਹੋਵੇ ਕਿ ਗੱਲ ਮਾਰਦੀ ਭੰਗੜੇ ਚ ਮਣਕਾਂ ਨਾ ਪੱਪ ਚੱਕਣੇ ਉਹ ਕਹਿੰਦੇ ਸਰਦਾਰ ਜੀ ਭੰਗੜੇ ਚ ਮਣਕਾਂ ਨਾ ਪੱਪ ਚੱਕਣੇ ਉਹ ਕਹਿੰਦੇ ਸਰਦਾਰ ਜੀ ਭੰਗੜੇ ਚ ਮਣਕਾਂ ਨਾ ਪੱਪ ਚੱਕਣੇ ਉਹ ਕਹਿੰਦੇ ਸਰਦਾਰ ਜੀ ਪੂਰੀ ਕੰਮ ਸਾਮ ਹਾੜੀ ਵੇਚ ਵੱਟ ਕੇ ਕੰਪੜਾ ਤੇ ਸ਼ਾਹ ਦਾ ਹਿਸਾਬ ਕੱਟ ਕੇ ਉਹ ਪੂਰੀ ਕੰਮ ਸਾਮ ਹਾੜੀ ਵੇਚ ਵੱਟ ਕੇ ਕੰਪੜਾ ਤੇ ਸ਼ਾਹ ਦਾ ਹਿਸਾਬ ਕੱਟ ਕੇ ਪੱਗ ਟੱਗਾ ਚਾਦਰਾਂ ਨਵਾਂ ਸਵਾਏ ਕੇ ਖੰਮਾਂ ਵਾਲੀ ਬਾਗੀ ਉੱਤੇ ਤੇਲ ਲਾਏ ਕੇ ਕੱਚੇ ਵਾਰ ਮੰਜਲੀ ਆਨੰਦ ਛਾ ਗਿਆ ਹੋ ਕੱਚੇ ਵਾਰ ਮੰਜਲੀ ਆਨੰਦ ਛਾ ਗਿਆ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ ਅਸੀਂ ਮਿਹਨਤਾਂ ਨਾਲ ਕੀਤੀਆਂ ਤਰੱਕੀਆਂ ਪੱਕੇ ਰੰਗਾਂ ਵਾਂਗੂ ਯਾਰੀਆਂ ਵੀ ਪੱਕੀਆਂ ਅਸੀਂ ਮਿਹਨਤਾਂ ਨਾਲ ਕੀਤੀਆਂ ਤਰੱਕੀਆਂ ਪੱਕੇ ਰੰਗਾਂ ਵਾਂਗੂ ਯਾਰੀਆਂ ਵੀ ਪੱਕੀਆਂ ਗੱਲ ਵੱਟਦੇ ਨਹੀਂ ਆਪ ਤੋਂ ਜੇ ਵੱਡੇ ਦੀ ਇਹ ਨਾ ਸੋਚੀ ਮੇਰੀ ਵੱਟਣਾ ਨਹੀਂ ਜਾਣਦੇ ਯਾਰ ਔਖੇ ਵੇਲੇ ਖੜਦੇ ਨੇ ਜੱਟ ਦੇ ਗੱਲਾਂ ਨੀ ਜਿਹਾ ਤੇ ਨੀ ਜਿਹਾ ਤੇ ਨੀ ਜਿਹਾ ਤੇ ਨੀ ਜਿਹਾ ਨੀ ਜਿਹਾ ਤੇ ਨੱਚਣਾ ਨਹੀਂ ਜਾਣਦੇ ਯਾਰ ਔਖੇ ਵੇਲੇ ਖੜਦੇ ਨੇ ਜੱਟ ਦੇ ਗੱਲਾਂ ਨੀ ਜਿਹਾ ਤੇ ਨੱਚਣਾ ਨਹੀਂ ਜਾਣਦੇ ਯਾਰ ਔਖੇ ਵੇਲੇ ਖੜਦੇ ਨੇ ਜੱਟ ਦੇ ਗੱਲਾਂ ਨੀ ਜਿਹਾ ਤੇ ਨੱਚਣਾ ਨਹੀਂ ਜਾਣਦੇ ਸਾਰੀ ਸਦਾ ਕੀਏ ਪਤਾ ਨੂੰ ਕਿੰਨੇ ਸਰਦਾਰ ਨੇ ਉਹ ਜਿਹੜੇ ਕੱਪੜੀ ਕਰਾਉਂਦੇ ਸੀ ਜਿੰਨੇ ਪਹਿਲੀਆਂ ਦਿਖਾਵੇ ਮੇਰੇ ਨਾਲ ਤੁਰਦੇ ਨੇ ਬੱਲੀਏ ਉਹ ਸਦਾ ਨਾਲ ਤੁਰਦੇ ਨੇ ਬੱਲੀਏ ਕਿਵੇਂ ਲੱਗ ਨੂੰ ਕੋਈ ਪੂਰੀ ਵੱਟਦੀ ਓਏ ਸਤਾਵਾ ਰਹਿਣ ਲੈ ਆਇਆ ਜਿੰਨਾ ਕਹੇ ਆਪਾਂ ਜੱਟ ਵੈਲ ਪਰਫਾਰਮੈਂਸ ਜ਼ੋਰਦਾਰ ਤਾਲੀਆਂ, ਜ਼ੋਰਦਾਰ ਤਾਲੀਆਂ। ਹੁਣ ਆ ਰਿਹਾ ਕਾਲਜ ਦਾ ਚਹੀਤਾ ਯਾਨੀ ਕਿ ਮੈਂ ਤੇ ਮੇਰੇ ਲਈ ਜ਼ੋਰਦਾਰ ਤਾਲੀਆਂ। ये
हो मिल के भी हम ना मिले, तुमसे न जाने क्यों मिलों के है फासले, तुमसे न जाने क्यों अनजाने है सिलसिले, तुमसे न जाने क्यों सपने हैं पलकों तले, तुमसे न जाने क्यों, कैसे बताएं क्यों तुझको चाहे यारा बता ना पाए, हुआ बातें दिलों की देखो जो बाकी आके तुझे समझाए, तू जाने ना, तू जाने ना, तू जाने ना, तू जाने ना। Thank you. So here's the end of talent hunt competition of our college. So ਹੁਣ ਆਪਣੀ next performance ਨਹੀਂ ਹੋਏਗੀ ਕਿ ਖਤਮ ਹੋ ਗਿਆ ਤੇ ਹੁਣ ਆ ਰਿਜ਼ਲਟ ਦੇ ਟਾਈਮ ਤੇ ਰਿਜ਼ਲਟ ਲੱਗੇਗਾ ਨੋਟਿਸ ਬੋਰਡ ਤੇ ਥੋੜੀ ਦੇਰ ਬਾਅਦ ਕੱਲ ਸਵੇਰੇ, ਤੇ ਕੱਲ ਸਵੇਰੇ ਤੱਕ ਤੁਸੀਂ ਬੈਠਣਾ ਨਹੀਂ, ਮਤਲਬ ਆ ਪਲੇ ਦਾ ਹਿੱਸਾ ਹੈ, ਤੇ ਕੱਲ ਸਵੇਰੇ ਨੋਟਿਸ ਬੋਰਡ ਲੱਗ ਜਾਏਗਾ, ਦੇਖ ਉੱਥੇ ਮਿਲਾਂਗੇ ਵਿਨਰ ਦਾ, ਤੁਹਾਨੂੰ ਪਤਾ ਲੱਗੇਗਾ ਕੌਣ ਵਿਨਰ ਹੈ। ਥੈਂਕ ਯੂ ਸੋ ਮਚ, ਮੇਰੇ ਲਈ ਜ਼ੋਰਦਾਰ ਤਾਲੀਆਂ। ਸਾਰੇ ਬੜੇ ਐਕਸਾਈਟਡ ਨੇ ਕਿ ਕੌਣ ਸੀ ਕਿਨੇ ਸਭ ਤੋਂ ਵਧੀਆ ਪਰਫਾਰਮ ਕੀਤਾ। ਸੋ ਜ਼ੋਰਦਾਰ ਤਾੜੀਆਂ ਸਾਰਿਆਂ ਦੇ ਲਈ ਜੀ। ਕਰਨ ਤੂੰ ਜਿੱਤ ਗਿਆ ਸੱਚੀ? ਹਾਂ ਮੈਨੂੰ ਤਾਂ ਲੱਗਦਾ ਮੈਂ ਲਾਸਟ ਆਵਾਂਗਾ ਯਾਰ। ਨਹੀਂ ਕਰਨ ਤੂੰ ਹੀ ਜਿੱਤਿਆ ਹੈ। ਕਰਨ ਹੁਣ ਤੇ ਤੂੰ ਜਿੱਤ ਗਿਆ, ਸਾਨੂੰ ਪਾਰਟੀ ਚਾਹੀਦੀ, ਉਹ ਵੀ ਕਲੱਬ ਵਿੱਚ ਡਿਸਕੋ ਪਾਰਟੀ ਦਾ ਡਿਸਕੋ ਪਾਰਟੀ, ਉਹ ਵੀ ਗ੍ਰੈਂਡ ਪਾਰਟੀ। ਯਾਰ ਜੇ ਤੁਸੀਂ ਕਹਿ ਰਹੇ ਹੋ ਤੇ ਨਾ ਹਲੇ ਕੱਲ ਹੀ ਤੇ ਮੈਂ 20000 ਰੁਪਇਆ ਫੜਿਆ ਮੰਮਾ ਕੋਲ ਬੁక్స్ ਦਾ ਬਹਾਨਾ ਲਾ ਕੇ, ਉਹ ਕਿਹੜੇ ਵੇਲੇ ਕੰਮ ਆਣੇ ਆ, ਹੈ ਨਾ ਗਾਇਸ? ਚਲੋ ਫਿਰ ਪਾਰਟੀ ਤਾਂ ਬਣਦੀ ਹੈ, ਚਲਿਏ ਫਿਰ। ਚਲੋ ਸਾਡੇ ਪੰਜਾਬ ਵਿੱਚ 6ਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ। ਦੇਖਦੇ ਹਾਂ ਜੀ ਇਸ ਗੱਲ ਵਿੱਚ ਕਿੰਨੀ ਕੁ ਅਸਲੀਅਤ ਹੈ ਕਿ ਸੱਚੀ ਸਾਡੇ ਪੰਜਾਬ ਵਿੱਚ 6ਵਾਂ ਮੇਰਾ ਗਾਣਾ ਚਲਾ ਦੋ, ਮੇਰਾ ਗਾਣਾ ਚਲਾ ਦੋ, ਮੇਰਾ ਗਾਣਾ ਚਲਾ ਦੋ, ਗਾਣਾ ਚਲਾ ਦੋ, ਗਾਣਾ ਚਲਾ ਦੋ, ਮੇਰਾ ਗਾਣਾ ਚਲਾ ਦੇ, ਥੋੜੀ ਬਾਤ ਕਰ ਦੇ, ਥੋੜਾ ਪੀਸ ਤੂੰ ਬਣਾ ਦੇ, ਮੇਰਾ ਗਾਣਾ ਚਲਾ ਦੇ, ਥੋੜੀ ਬਾਤ ਕਰ ਦੇ, ਥੋੜਾ ਪੀਸ ਤੂੰ ਬਣਾ ਦੇ, ਮੇਰਾ ਗਾਣਾ ਚਲਾ ਦੋ, ਮੇਰਾ ਗਾਣਾ ਚਲਾ ਦੋ, ਮੈਂ ਕਹਿੰਦਾ ਅੱਜ ਕੰਜੂਸੀ ਦੇ ਕਿੰਨੇ सरकार बना दूं टेबल को तेरी बार ਬਹੁਤ ਵਧੀਆ ਹੈ। ਮੈਂ ਫੇਰ ਕਹਿੰਦਾ ਅੱਜ ਕੰਜੂਸੀ ਕੀਤੀ ਇਹਨੇ, ਪੂਰੇ ਟੱਲੀ ਹੋਏ ਪਏ ਆ ਗੱਲ ਤੇ ਤੂੰ ਸਹੀ ਗਈ, ਪੁਰਾਣੇ ਕੰਮ ਕਰਨਾ। ਗਰਲਸ ਤੁਸੀਂ ਐਂ ਕਰੋ, ਤੁਸੀਂ ਥੋੜਾ ਨਾ ਇੱਧਰ ਰੈਸਟ ਕਰੋ, ਅਸੀਂ ਆਏ। ਚਲੋ ਕੱਟ
ਕੀ ਇਹ ਹੈ ਸਾਡੇ ਪੰਜਾਬ ਦੇ ਆਉਣ ਵਾਲੀ ਪੀੜ੍ਹੀ? ਕੀ ਇਹ ਨਸ਼ਿਆਂ 'ਚ ਡੁੱਬੀ ਹੋਈ ਪੀੜ੍ਹੀ ਸਾਡੇ ਪੰਜਾਬ ਦੇ ਸੱਭਿਆਚਾਰ ਨੂੰ ਅੱਗੇ ਲੈ ਕੇ ਜਾਊਗੀ? ਇਹੋ ਜਿਹੇ ਮੌਕੇ ਤੇ ਮੈਂ ਇੱਕ ਗਾਣਾ ਪੇਸ਼ ਕਰਨ ਜਾ ਰਿਹਾ, ਸੁਣੋ। ਜ਼ਿੰਦਗੀ ਤਬਾਹ ਕਰ ਦਿੰਦੀਆਂ ਮਾੜੇ ਬੰਦਿਆਂ ਨਾਲ ਲਾਈਆਂ ਯਾਰੀਆਂ। ਉਹ ਜ਼ਿੰਦਗੀ ਤਬਾਹ ਕਰ ਦਿੰਦੀਆਂ ਮਾੜੇ ਬੰਦਿਆਂ ਨਾਲ ਲਾਈਆਂ ਯਾਰੀਆਂ। ਪਰ ਦੁਨੀਆ ਤੇ ਬਹੁਤਾ ਚਿਰ ਰਹਿਣਾ, ਦੁਨੀਆ ਤੇ ਬਹੁਤਾ ਚਿਰ ਰਹਿਣਾ, ਦੁਨੀਆ ਤੇ ਬਹੁਤਾ ਚਿਰ ਰਹਿਣਾ। ਭਾਈਆਂ ਬਾਝੋਂ ਕੈਮ ਸਰਦਾਰੀਆਂ। ਉਹ ਜ਼ਿੰਦਗੀ ਤਬਾਹ ਕਰ ਦਿੰਦੀਆਂ ਮਾੜੇ ਬੰਦਿਆਂ ਨਾਲ ਲਾਈਆਂ ਯਾਰੀਆਂ। ਸੋਚੀ ਨਾ ਤੂੰ ਬਹੁਤਾ ਚਿਰ ਨਿਭਜੂ ਯਾਰੀ 4 ਦਿਨਾਂ ਦੇ ਮਹਿਮਾਨਾਂ ਦੀ। ਪਿੱਛੋਂ ਹੋ ਜੂ ਔਖੀ ਤੈਨੂੰ ਕਰਦੀ ਓਏ ਗਿਣਤੀ ਇਹਨਾਂ ਦੇ ਅਹਿਸਾਨਾਂ ਦੀ। ਉਹ ਮੂੰਹ ਤੇ ਮਿੱਠੇ ਮਾਰਦੇ ਨੇ ਮਿੱਠੀਆਂ, ਵਿੱਚੋਂ ਨੀਤਾਂ ਰੱਖਦੇ ਨੇ ਖਾਰੀਆਂ। ਉਹ ਜ਼ਿੰਦਗੀ ਤਬਾਹ ਕਰ ਦਿੰਦੀਆਂ ਮਾੜੇ ਬੰਦਿਆਂ ਨਾਲ ਲਾਈਆਂ ਯਾਰੀਆਂ। ਉਹ ਜ਼ਿੰਦਗੀ ਤਬਾਹ ਕਰ ਦਿੰਦੀਆਂ ਮਾੜੇ ਬੰਦਿਆਂ ਨਾਲ ਲਾਈਆਂ ਯਾਰੀਆਂ। ਉਹ ਮਾੜੇ ਬੰਦਿਆਂ ਨਾਲ ਲਾਈਆਂ ਯਾਰੀਆਂ। ਉਹ ਮਾੜੇ ਬੰਦਿਆਂ ਨਾਲ ਲਾਈਆਂ ਯਾਰੀਆਂ। ਆਪਣੇ ਦਾਦਾ ਦਾਦੀ ਦੀ ਗੱਲ ਨਹੀਂ ਸੀ ਸੁਣੀ। ਕਾਸ਼ ਕਿ ਟੀਆ ਨੇ ਆਪਣੇ ਦਾਦਾ ਦਾਦੀ ਜੀ ਦੀ ਗੱਲ ਸੁਣੀ ਹੁੰਦੀ ਤੇ ਆਪਣੀ ਜ਼ਿੰਦਗੀ ਨੂੰ ਨਾ ਵਿਗਾੜਿਆ ਹੁੰਦਾ। ਇਸ ਕਰਕੇ ਸਾਨੂੰ ਆਪਣੇ ਬੱਚਿਆਂ ਨੂੰ ਹਰ ਗੱਲ ਬਾਰੇ ਦੱਸਣਾ ਚਾਹੀਦਾ ਹੈ। ਉਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਸਾਨੂੰ ਆਪਣੇ ਵੱਡੇ ਬਜ਼ੁਰਗਾਂ ਦਾ ਆਦਰ ਸਨਮਾਨ ਕਰਨਾ ਚਾਹੀਦਾ ਹੈ। ਰਾਤ ਦੇ 2 ਵੱਜ ਗਏ ਨੇ, ਬੱਚੇ ਹਲੇ ਤੱਕ ਆਏ ਨਹੀਂ। ਆਹੋ ਭਗਵਾਨੇ, ਮੈਂ ਵੀ ਐਸੇ ਫਿਕਰ ਕਰ, ਪਤਾ ਨਹੀਂ ਬੱਚੇ ਕਿੱਥੇ ਰਹਿ ਗਏ। ਰੱਬ ਉਹਨਾਂ ਨੂੰ ਜਿੱਥੇ ਵੀ ਰੱਖੇ ਉਹ ਸਵੇਰ ਰੱਖੇ। ਭਗਵਾਨੇ, ਜਿੱਦਾਂ ਘੜੀ ਦੀ ਟਿਕ ਵਧੀ ਜਾ ਰਹੀ ਹੈ, ਉਦਾਂ ਮੇਰੀ ਦਿਲ ਦੀ ਵੀ ਧੜਕਣ ਵਧੀ ਜਾ ਰਹੀ ਹੈ। ਉਹ ਮੈਨੂੰ ਤੇ ਲੱਗ ਰਿਹਾ ਘੜੀ ਦੀ ਟਿਕ ਨਹੀਂ, ਮੇਰੇ ਦਿਲ ਦੀ ਧੜਕਣਾਂ ਨੇ। ਵਾਹਿਗੁਰੂ ਬਸ ਮੇਰ। ਮੇਰਾ ਇੰਤਜ਼ਾਰ ਕਰਨੇ, ਮੇਰੇ ਨਾਲ ਤੁਸੀਂ ਕਿੱਕਲੀਆਂ ਮਾਰ ਰਹੇ ਨੇ, ਇੰਤਜ਼ਾਰ ਕਰਦੇ ਪਏ। ਪੁੱਤ ਟੀਆ ਕਿੱਥੇ ਹੈ? ਟੀਆ ਕੌਣ ਸੀ? ਆ ਮੇਰੀ ਭੈਣ, ਉਹ ਤੇ ਉਹ ਗੱਡੀ ਪਾਰ ਕਰਨ ਗਈ। ਹੁਣ ਮੈਂ ਕਹੀ ਗੱਡੀ ਪਾਰ ਕਰਦੇ। ਇੱਕੇ ਆਨੀ ਹੈ ਤੇ ਟੀਆ ਕਿੱਥੇ ਰਹਿ ਗਈ? ਤੇ ਟੀਆ ਤੂੰ ਕਿੱਥੇ ਰਹਿ ਗਈ ਸੀ? ਮੈਂ ਤਾਂ ਪੈਦਾ ਕਰਕੇ ਉਹ ਪੁੱਤ ਤੂੰ ਨਸ਼ਾ ਕੀਤਾ ਹੈ? ਉਹ ਪੁੱਤ ਆ ਚੰਗੇ ਘਰ ਦੀ ਧੀਆਂ ਦੇ ਸੰਸਕਾਰ ਨਹੀਂ ਹੁੰਦੇ। ਲੋਕ ਕੀ ਸੋਚਣਗੇ ਤੇਰੇ ਬਾਰੇ? ਆ ਬੈਠ ਜਾ। ਦਾਦੂ
ਚੰਗੇ ਨਹੀਂ ਹੁੰਦੇ। ਮੈਂ ਕਿਹਾ ਚਾਰੇ ਪਾਸੇ ਦਿਸਣ ਹਨੇਰੇ ਤੇ ਚਾਨਣ ਚੜਦਾ ਨਹੀਂ, ਘਰ ਦਿਲ ਤੇ ਪਾਇਆ ਦੁੱਖਾਂ ਨੇ, ਸੁੱਖ ਘਰ ਵਿੱਚ ਵੜਦਾ ਨਹੀਂ। ਸੁਣਿਆ ਤੂੰ ਏ ਬਖਸ਼ਣਹਾਰਾ, ਸਾਨੂੰ ਬਖਸ਼ ਦਿਓ, ਤੇਰੇ ਲੜ ਲੱਗ ਕੇ ਤਾਂ ਬੰਦਾ ਡੁੱਬ ਕੇ ਹੜਦਾ ਨਹੀਂ। ਜੀ ਅੱਜ ਦੀ ਨੌਜਵਾਨ ਪੀੜ੍ਹੀ ਕੋਲ ਸਾਡੇ ਵੱਡੇ ਵਡੇਰਿਆਂ ਲਈ, ਸਾਡੇ ਪੁਰਖਾਂ ਲਈ ਵਾਕਈ ਸੱਚੀ ਟਾਈਮ ਨਹੀਂ ਹੈਗਾ। ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਕਿ ਅਗਰ ਸਾਡੇ ਬਜ਼ੁਰਗਾਂ ਦਾ ਸਾਇਆ ਰਵੇ ਤਾਂ ਹੱਸਦਾ ਖੇਡਦਾ ਸਾਡਾ ਪਰਿਵਾਰ ਕਦੇ ਨਿਖਰ ਨਹੀਂ ਸਕਦਾ। ਅੱਜ ਦੀ ਪੀੜ੍ਹੀ ਜਿਹੜੀ ਨਸ਼ਿਆਂ 'ਚ ਡੁੱਬਦੀ ਜਾ ਰਹੀ ਹੈ, ਪਰਿਵਾਰ ਦਾ ਪਿਆਰ ਹੀ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਕਰ ਸਕਦਾ ਹੈ। ਆਪਸੀ ਮੇਲ ਮਿਲਾਪ ਤੇ ਸਾਡਾ ਪੁਰਾਣਾ ਸੱਭਿਆਚਾਰ, ਸਾਡੀਆਂ ਗੁਰੂਆਂ ਪੀਰਾਂ ਦੀਆਂ ਕੁਰਬਾਨੀਆਂ ਤੇ ਉਹਨਾਂ ਦੀਆਂ ਸ਼ਹਾਦਤਾਂ ਅੱਜ ਦੀ ਪੀੜ੍ਹੀ ਨੂੰ ਸਹੀ ਰਸਤੇ ਤੇ ਪਾਉਣਗੀਆਂ। ਮੈਂ ਆਖਿਰ 'ਚ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਕਿ ਜਾਓ ਜੰਮ ਮੁਲਕ ਬੇਗਾਨਿਆਂ ਨੂੰ, ਜਾਓ ਜੰਮ ਮੁਲਕ ਬੇਗਾਨਿਆਂ ਨੂੰ, ਪਰ ਸਦਾ ਪੰਜਾਬੀਆਂ ਦਾ ਬੁਲੰਦ ਇਕਬਾਲ ਰਵੇ। ਕੋਈ ਘਰਾਂ 'ਚ ਹੈ ਤੁਹਾਡੀ ਉਡੀਕ ਕਰਦਾ, ਇਸ ਗੱਲ ਦਾ ਸਦਾ ਖਿਆਲ ਰਵੇ। ਕਰੋ ਕੰਮ ਤੇ ਗੁੱਡ ਮਾਰਨਿੰਗ ਤੇ ਗੁੱਡ ਨਾਈਟ ਵੀ, ਕਰੋ ਕੰਮ ਤੇ ਗੁੱਡ ਮਾਰਨਿੰਗ ਤੇ ਗੁੱਡ ਨਾਈਟ ਵੀ, ਪਰ ਘਰਾਂ 'ਚ ਜਿਉਂਦੀ ਸਤਿ ਸ੍ਰੀ ਅਕਾਲ ਰਵੇ। ਪੜਿਓ ਗੁਟਕੇ ਤੇ ਪੋਥੀਆਂ ਵੀ, ਪੜਿਓ ਗੁਟਕੇ ਤੇ ਪੋਥੀਆਂ ਵੀ, ਤਾਂ ਕਿ ਦਿਲਾਂ 'ਚ ਕੁਰਬਾਨੀ ਦੀ ਸੰਭਾਲ ਰਵੇ। ਜਾਓ ਭਾਵੇਂ ਕਿਧਰੇ ਵੀ, ਜਾਓ ਭਾਵੇਂ ਕਿਧਰੇ ਵੀ, ਪਰ ਮੁੜ ਆਇਓ ਵਤਨਾਂ ਨੂੰ, ਤਾਂ ਕਿ ਆਪਣੇ ਜੂ ਤੋਂ ਖੂਹ ਦੇ ਖੇਤ ਨਿਹਾਲ ਰਵੇ। ਦਾਦੂ ਤੁਹਾਨੂੰ ਕੀ ਦਸੀਏ, ਅਸੀਂ ਐਸੇ ਹਨੇਰਿਆਂ 'ਚ ਫਸ ਚੁੱਕੇ ਹਾਂ ਕਿ ਅਸੀਂ ਚਾਹ ਕੇ ਵਾਪਸ ਨਹੀਂ ਆ ਸਕਦੇ। ਅਸੀਂ ਇੰਨੇ ਅੱਗੇ ਵੱਧ ਚੁੱਕੇ ਹਾਂ ਕਿ ਆਪਾਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ ਆਪਾਂ ਕਦੀ ਵਾਪਸ ਨਹੀਂ ਆ ਸਕਦੇ। ਉਹ ਨਾ ਪੁੱਤਰ ਨਾ, ਇਹ ਗੱਲਾਂ ਨਹੀਂ ਕਰਨੀਆਂ। ਤੁਸੀਂ ਕਿਉਂ ਨਹੀਂ ਵਾਪਸ ਆ ਸਕਦੇ? ਅਸੀਂ ਲਿਆਵਾਂਗੇ ਤੁਹਾਨੂੰ ਇਸ ਹਨੇਰਿਆਂ ਵਿੱਚੋਂ ਵਾਪਸ। ਅਸੀਂ ਸਭ ਤੁਹਾਡੇ ਨਾਲ ਆ। ਪਰ ਕਿਸ ਤਰ੍ਹਾਂ ਦਾਦੂ ਜੀ, ਅਸੀਂ ਤੇ ਕੀ ਕਹਾਂ ਮੈਂ, ਅਸੀਂ ਹਨੇਰਿਆਂ 'ਚ ਫਸ ਚੁੱਕੇ ਤੇ ਅਸੀਂ ਵਾਪਸ ਨਹੀਂ ਆ ਸਕਦੇ। ਉਹ ਤੁਹਾਨੂੰ ਯਾਦ ਹੈ ਬੱਚਿਓ, ਛੋਟੇ ਹੁੰਦੇ ਜਦੋਂ ਛੁੱਟੀਆਂ ਵਿੱਚ ਤੁਸੀਂ ਸਾਡੇ ਕੋਲ ਆਇਆ ਕਰਦੇ ਸੀ, ਪਿੰਡ ਵਿੱਚ ਕਿੰਨਾ ਖੁੱਲਾ ਵਾਤਾਵਰਣ ਹੁੰਦਾ ਸੀ। ਹਾਂਜੀ ਦਾਦੀ ਜੀ। ਉਹ ਪੁੱਤਰ, ਜੇ ਤੁਸੀਂ ਚਾਹੁੰਦੇ ਹੋ ਕਿ ਨਸ਼ਿਆਂ ਦਾ ਖਹਿੜਾ ਤੁਹਾਡੇ ਮਨ ਤੋਂ ਪੁੱਤਰ ਜੇ ਤੁਹਾਡੇ ਗਲੇ ਪੁੱਤਰ ਜੇ ਤੁਸੀਂ ਰੱਬ ਦੇ ਸਿਮਰਨ ਵੱਲ ਧਿਆਨ ਦਿਆ ਕਰੋ। ਸੱਚੀ ਦਾਦੀ ਜੀ? ਹਾਂਜੀ ਪੁੱਤਰ, ਆਓ ਅਸੀਂ ਗੁਰਦੁਆਰੇ ਚੱਲਦੇ ਹਾਂ। ਤੁਹਾਨੂੰ ਮੈਂ ਪਾਠ ਕਰਾਂਗੀ। करता पूरा निरपाओ निर्वैर अकाल अजूनी सर्व ओम प्रकाश जी, डॉक्टर मिसिर विद्या, प्रिंसिपल, पेरेंट्स, टीचर्स, टीचर। आज ह्यूमन राइट्स डे है, इंटरनेशनल ह्यूमन राइट्स डे। और कई बारी असी इसनू क्योंकि अपनी रोज़मर्रा जिंदगी दे विच असी इहदे बारे कदी अपने बच्चों नाल, अपने बाकी साथियों नाल कभी सोच विचार ये बारे नहीं करते कि ह्यूमन राइट्स की चीज़ है। तो अज का जोड़ा फंक्शन सी बड़ा चंगा लगा कि इन्होंने जी शुरुआत सी वो इंटरनेशनल ह्यूमन राइट्स डे नूं डेडिकेट की। और जोड़ा इस साल का उन्हों का माटो है वो है कि लेट्स यूनाइट
ਫਾਰ ਸਮਵਨਸ ਰਾਈਟ। ਮੁਸ਼ਕਿਲ ਇਹ ਹੈ ਕਿ ਅਸੀਂ ਜਦੋਂ ਸਾਡੇ ਬੱਚੇ ਵੱਡੇ ਹੁੰਦੇ ਨੇ ਤੇ ਉਹਨਾਂ ਨੂੰ ਇਸ ਚੀਜ਼ ਦੀ ਅਵੇਅਰਨੈਸ ਨਹੀਂ ਦਿੰਦੇ ਕਿ ਉਹਨਾਂ ਦੇ ਰਾਈਟਸ ਕੀ ਨੇ ਔਰ ਕਿਸ ਤਰ੍ਹਾਂ ਉਹ ਇੱਕ ਅੱਛੇ ਜਿਹੜੇ ਸ਼ਹਿਰੀ ਨੇ ਇਹਨਾਂ ਰਾਈਟਸ ਨੂੰ ਅੱਗੇ ਲੈ ਕੇ ਆਪਣੀ ਸੋਸਾਇਟੀ 'ਚ ਇੱਕ ਚੰਗਾ ਵਾਤਾਵਰਨ ਪੈਦਾ ਕਰ ਸਕਦੇ ਨੇ। ਅਸੀਂ ਬੜੇ ਡਿਪਰਾਈਵਡ ਹਾਂ ਇਹਨਾਂ ਰਾਈਟਸ ਤੋਂ ਔਰ ਉਹਦੀ ਰੋਜ਼ਮਰਾ ਜ਼ਿੰਦਗੀ 'ਚ ਤੁਸੀਂ ਦੇਖਦੇ ਹੋਵੋਗੇ ਕਿ ਕਿਸ ਤਰ੍ਹਾਂ ਸਾਡੇ এনवायरमेंट ਨੂੰ ਜਿਹੜਾ ਕਿ ਸਾਡੇ ਕਨਸਟੀਟਿਊਸ਼ਨ 'ਚ ਇਨਸ਼ਰਾਈਨਡ ਹੈ ਕਿ ਸਾਡੇ ਜਿਹੜੇ ਬੱਚਿਆਂ ਦੀ ਹੈਲਥ ਹੈ, ਅੱਛੀ ਐਜੂਕੇਸ਼ਨ ਹੈ, ਅੱਛਾ এনवायरमेंट ਹੈ, ਉਹਦੇ 'ਚ ਟੋਟਲ ਪੋਲਿਊਸ਼ਨ ਹੋ ਰਹੀ ਹੈ ਔਰ ਕੋਈ ਵੀ ਇਕੱਠੇ ਹੋ ਕੇ ਉਸ ਆਪਣੇ ਰਾਈਟਸ ਨੂੰ ਅੱਗੇ ਲੈ ਕੇ ਨਹੀਂ ਜਾਣਾ ਚਾਹੁੰਦਾ। ਐਗਜ਼ਾਮਪਲ ਦੇਣਾ ਤੁਹਾਨੂੰ, ਸਾਊਂਡ ਪੋਲਿਊਸ਼ਨ ਹੀ, ਤੁਸੀਂ ਕਿਤੇ ਵੀ ਜਾਂਦੇ ਹੋ ਤੁਹਾਡਾ ਰਾਈਟ ਹੈ ਕਿ ਤੁਹਾਨੂੰ ਕੋਈ ਪਰੇਸ਼ਾਨ ਨਾ ਕਰੇ, ਪਰ ਸਾਰੀ ਰਾਤ ਤੁਸੀਂ ਪਰੇਸ਼ਾਨ ਹੋਈ ਜਾਂਦੇ ਹੋ ਪਰ ਕੋਈ ਇਕੱਠੇ ਹੋ ਕੇ ਇਹਦੀ ਆਵਾਜ਼ ਨਹੀਂ ਉਠਾਉਂਦੇ। ਇੱਕ ਵਾਰੀ ਉਠਾਓ ਔਰ ਇਹ ਤੁਹਾਡਾ ਇੱਕ ਮੌਲਿਕ ਅਧਿਕਾਰ ਹੈ। ਇਸੇ ਤਰ੍ਹਾਂ ਹੀ ਸਾਡੀ ਹੈਲਥ ਹੈ। ਸੋ ਵੁੱਡਸਟੌਕ ਸਕੂਲ ਦੇ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਬੱਚਿਆਂ ਨੂੰ ਜਿੱਥੇ ਸਪੋਰਟਸ, ਕਲਚਰਲ ਐਕਟੀਵਿਟੀਜ਼, ਐਕੈਡਮਿਕਸ, ਉਹਨਾਂ ਦੇ ਨਾਲ ਉਹਨਾਂ ਨੂੰ ਜਿਹੜੇ ਉਹਨਾਂ ਦੀਆਂ ਸੋਸ਼ਲ ਰਿਸਪੌਂਸਿਬਿਲਿਟੀਜ਼ ਨੇ ਔਰ ਜਿਹੜੇ ਉਹਨਾਂ ਦੇ ਰਾਈਟਸ ਨੇ ਉਹਨਾਂ ਬਾਰੇ ਵੀ ਅਵੇਅਰ ਕਰਵਾਇਆ ਗਿਆ। ਬੜਾ ਚੰਗਾ ਲੱਗਾ ਜਿਹੜੇ ਸ਼ੁਰੂ 'ਚ ਇਹਨਾਂ ਨੇ ਉਹਦੇ ਬਾਰੇ ਆਵਾਜ਼ ਉਠਾਈ। ਤੁਸੀਂ ਦੇਖੋ ਕਿ ਕਿਸ ਤਰ੍ਹਾਂ ਤੇਜ਼ਾਬ ਸੁੱਟ ਕੇ ਬੜਾ ਹੀ ਅੱਛਾ ਸੀ ਇਹਨਾਂ ਦਾ ਜਿਹੜੀ ਉਹ ਪ੍ਰੋਜੈਕਸ਼ਨ ਸੀ ਉਹਦੇ ਬਾਰੇ, ਕਿਉਂਕਿ ਜਿਹਦੇ ਤੇ ਤੁਸੀਂ ਤੇਜ਼ਾਬ ਸੁੱਟ ਦਿੰਦੇ ਹੋ ਜਿਸ ਲੜਕੀ ਦੇ, ਉਹ ਆਲਮੋਸਟ ਉਸ ਦਾ ਮਰਡਰ ਕਰਨ ਦੇ ਬਰਾਬਰ ਹੈ। ਉਸ ਦੀ ਬਿਲਕੁਲ ਬੁਰੀ ਹਾਲਤ ਹੋ ਜਾਂਦੀ ਹੈ। ਪਰ ਸੋਸਾਇਟੀ 'ਚ ਅਸੀਂ ਇਕੱਠੇ ਹੋ ਕੇ ਕਦੀ ਵੀ ਇਹਦੇ ਤੇ ਆਵਾਜ਼ ਨਹੀਂ ਬੁਲੰਦ ਕਰਦੇ ਕਿਉਂਕਿ ਕੱਲ ਨੂੰ ਉਹ ਲੜਕੀ ਸਾਡੀ ਆਪਣੀ ਵੀ ਹੋ ਸਕਦੀ ਹੈ। ਤੋ ਇਹਨਾਂ ਬੱਚਿਆਂ ਵੱਲੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਘੱਟੋ ਘੱਟ ਆਉਂਦੇ ਸਮੇਂ ਦੇ ਵਿੱਚ ਇਸ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਔਰ ਜੋ ਵੀ ਕੁਰੀਤੀਆਂ ਨੇ ਸਮਾਜ ਦੇ ਵਿੱਚ ਉਹਦੇ ਖਿਲਾਫ ਆਵਾਜ਼ ਉਠਾਉਣ। ਇਕੱਲੇ ਐਕੈਡਮੀਸ਼ੀਅਨ ਜਾਂ ਸਾਇੰਟਿਸਟ ਜਾਂ ਡਾਕਟਰ, ਇੰਜੀਨੀਅਰ ਬਣਨਾ ਜਾਂ ਇੱਕ ਅੱਛੇ ਸਪੋਰਟਸ ਪਰਸਨ ਬਣਨਾ ਜਾਂ ਕੋਈ ਕਲਚਰਲ ਐਕਟੀਵਿਟੀਜ਼ 'ਚ ਕੋਈ ਮੱਲ ਮਾਰਨੀ ਉਹ ਕਾਫੀ ਨਹੀਂ। ਸਭ ਤੋਂ ਜ਼ਰੂਰੀ ਹੈ ਕਿ ਉਹਦੇ 'ਚ ਹਿਊਮਨਿਸਟਿਕ ਜਿਹੜੀ ਅਪਰੋਚ ਹੈ ਉਹ ਇਨਕਲਕੇਟ ਕੀਤੀ ਜਾਏ। ਤਾਂ ਹੀ ਅਸੀਂ ਪੰਜਾਬ ਦੇ ਵਿੱਚ ਇਹ ਜਿਹੜਾ ਗੋਲੀਆਂ ਦਾ, ਸ਼ਰਾਬ ਦਾ, ਨਸ਼ਿਆਂ ਦਾ ਜੋ ਵੀ ਮਾੜਾ ਕਲਚਰ ਇਸ ਵੇਲੇ ਸਾਡੇ ਪ੍ਰਵੇਲ ਕਰ ਰਿਹਾ ਹੈ, ਕੋਸ਼ਿਸ਼ ਕੀਤੀ ਹੈ ਇਹਨਾਂ ਬੱਚਿਆਂ ਨੇ ਦੱਸਣ ਦੀ ਕਿ ਸਾਡਾ ਜਿਹੜਾ ਪੁਰਾਣਾ ਪੰਜਾਬ, ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਆਪਣੇ ਇਕੱਲੇ ਪੁਰਾਣੇ ਪੰਜਾਬ ਵੱਲ ਤੁਰ ਜਾਈਏ। ਮੈਂ ਚਾਹੁੰਦਾ ਕਿ ਇਹ ਬੱਚੇ ਜਿੱਥੇ ਗਲੋਬਲ ਸਿਟੀਜ਼ਨ ਬਣਨ ਦੀ ਤਿਆਰੀ ਕਰ, ਉੱਥੇ ਨਾਲ ਦੇ ਨਾਲ ਆਪਣਾ ਪਿਛੋਕੜ ਵੀ ਨਾ ਭੁੱਲਣ, ਕਿਉਂਕਿ ਬੜਾ ਰਿਚ ਹੈਰੀਟੇਜ ਹੈ ਪੰਜਾਬ ਦਾ। ਇਸੇ ਕਰਕੇ ਜਦੋਂ ਪੰਜਾਬੀ ਪੰਜਾਬ ਤੋਂ ਬਾਹਰ ਚਲੇ ਜਾਂਦੇ ਨੇ ਤੇ ਉਹਨਾਂ ਬੜੀਆਂ ਉੱਥੇ ਮੱਲਾਂ ਮਾਰੀਆਂ ਨੇ। ਜਿਸ ਮਰਜ਼ੀ ਕੰਟਰੀ 'ਚ ਜਾ ਕੇ ਦੇਖੋ ਇਸ ਵੇਲੇ ਪੰਜਾਬੀਆਂ ਦਾ ਪੂਰਾ ਨਾਂ ਹੈ, ਪੋਲੀਟੀਕਲੀ ਵੀ, ਸਾਇੰਸ ਦੇ ਵਿੱਚ ਵੀ, ਡਾਕਟਰਾਂ ਦੇ ਵਿੱਚ ਵੀ, ਬਿਜ਼ਨਸਮੈਨ ਨੇ, ਜਿਹੜਾ ਮਰਜ਼ੀ ਤੁਸੀਂ ਉਹਦਾ ਸ਼ੋਭਾ ਦੇਖ ਲਓ ਉੱਥੇ ਬਾਹਰ, ਉਹਦੇ ਵਿੱਚ ਉਹ ਅੱਗੇ ਨੇ। ਪਰ ਪੰਜਾਬ 'ਚ ਇਹ ਇਕੱਲੀ ਸਰਕਾਰਾਂ ਦੀ ਡਿਊਟੀ ਨਹੀਂ ਹੁੰਦੀ। ਸਰਕਾਰਾਂ ਕਸੂਰਵਾਰ ਤੇ ਹੈ ਹੀ ਨੇ, ਪਰ ਤੁਸੀਂ ਦੇਖਿਆ ਬੜੀ ਅੱਛੀ ਇੱਕ ਵਿੱਚ ਗੱਲ ਇਹਨਾਂ ਬੱਚਿਆਂ ਨੇ ਦੱਸੀ ਕਿ ਕਈ ਵਾਰੀ ਇਹ ਸੋਚਦੇ ਹਾਂ ਕਿ ਸਾਡੇ ਬੱਚੇ ਜਿਹੜੇ ਨੇ ਬਹੁਤ ਅੱਛੇ ਨੇ, ਪੜ੍ਹਾਈ 'ਚ ਬੜੇ ਅੱਛੇ ਨੇ, ਗੱਲਬਾਤ 'ਚ ਬੜੇ ਅੱਛੇ ਨੇ, ਪਰ ਮਾਂ ਪਿਓ ਦੀ, ਘਰਦਿਆਂ ਦੀ, ਜੇ ਤੁਹਾਡੀ ਫੈਮਿਲੀ ਇਕੱਠੀ ਹੈ
ਤੇ ਉਹਨਾਂ ਤੇ ਨਜ਼ਰ ਰੱਖਣੀ ਵੀ ਉਨੀ ਲਾਜ਼ਮੀ ਹੈ। ਜਿੰਨਾ ਵਧੀਆ ਮਰਜ਼ੀ ਸਕੂਲ ਹੋਵੇ, ਇਹ ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਉਹਨਾਂ ਤੇ ਨਜ਼ਰ ਰੱਖੋ। ਸਕੂਲ ਆਪਣੀ ਡਿਊਟੀ ਕਰੇਗਾ ਸਕੂਲ ਤੱਕ। ਮੈਂ ਤੇ ਥੋੜੀ ਜਿਹੀ ਬਾਹਰ ਵੀ ਕਰ ਲੈਣਾ ਕਿ ਅਗਰ ਇਹਨਾਂ ਬੱਚਿਆਂ ਨੂੰ ਮੈਂ ਕਿਤੇ ਵੀ ਕਿਸੇ ਜਗ੍ਹਾ ਵੀ ਦੇਖਾਂ ਤੇ ਮੈਂ ਕਦੀ ਝਿਜਕਿਆ ਨਹੀਂ, ਉਹਨਾਂ ਨੂੰ ਉਸੇ ਵੇਲੇ ਮੈਂ ਤਾੜਨਾ ਕਰ ਦੇਣਾ। ਸੋ ਇਸ ਕਰਕੇ ਤੁਹਾਡੀ ਸਾਰਿਆਂ ਦੀ ਇਹ ਡਿਊਟੀ ਬਣਦੀ ਹੈ। ਇਹ ਇੱਕ ਵਾਰਨਿੰਗ ਹੈ ਕਿ ਇਹ ਨਾ ਸੋਚਣਾ ਕਿ ਸਾਡਾ ਬੱਚਾ ਬਹੁਤ ਅੱਛਾ ਹੈ, ਉਸ ਤੇ ਫਿਰ ਵੀ ਨਜ਼ਰ ਰੱਖਣ ਦੀ ਲੋੜ ਹੈ। ਇਹ ਖਾਸ ਕਰਕੇ ਜਿਹੜੇ ਟੀਨਸ ਨੇ, ਔਰ ਕਹਿੰਦੇ ਨੇ ਜਿਹੜਾ ਪੀਅਰ ਪ੍ਰੈਸ਼ਰ ਹੈ, ਜਿਹੜਾ ਦੋਸਤਾਂ ਦਾ ਪ੍ਰੈਸ਼ਰ ਹੈ, ਸਭ ਤੋਂ ਜ਼ਿਆਦਾ ਉਹ ਖਰਾਬ ਕਰਦਾ ਹੈ। ਇਹ ਯਾਦ ਰੱਖਿਓ। ਪਰਿਵਾਰ ਤੋਂ ਵੱਧ ਜਿਹੜੇ ਬੱਚੇ ਗਰੋਇੰਗ ਬੱਚੇ ਨੇ, ਉਹਨਾਂ ਨੂੰ ਆਪਣਾ ਦੋਸਤਾਂ ਦੇ ਨਾਲ ਨੇੜਤਾ ਹੁੰਦੀ ਹੈ, ਤੇ ਜੇ ਉਹਦੇ ਵਿੱਚ ਇੱਕ ਵੀ ਦੋਸਤ ਮਾੜਾ ਆ ਗਿਆ ਤੇ ਉਹਨੇ ਸਾਰਿਆਂ ਨੂੰ ਖਰਾਬ ਕਰਨਾ। ਕਿਉਂਕਿ ਚੰਗਿਆਈ ਨੂੰ ਫਾਲੋ ਕਰਨਾ ਥੋੜਾ ਔਖਾ ਹੁੰਦਾ, ਪਰ ਬੁਰਾਈ ਜਿਹੜੀ ਹੈ ਉਹ ਬੜੀ ਜਲਦੀ ਬੱਚਿਆਂ ਦੇ ਲਾਗੇ ਆਉਂਦੀ ਹੈ। ਇਸ ਕਰਕੇ ਸਾਰੇ ਪੇਰੈਂਟਸ ਨੂੰ ਇਹ ਮੇਰੇ ਵੱਲੋਂ ਤਾੜਨਾ ਕਿ ਉਹ ਆਪਣੇ ਬੱਚਿਆਂ ਦਾ ਖਿਆਲ ਰੱਖਣ। ਖੁਸ਼ੀ ਹੁੰਦੀ ਹੈ ਮੈਨੂੰ ਕਿ ਮੈਂ ਅੱਜ ਤੱਕ ਇੱਕ ਵੀ ਸਕੂਲ 'ਚੋਂ ਐਸੀ ਰਿਪੋਰਟ ਨਹੀਂ ਆਈ ਜਿੱਥੇ ਮੈਨੂੰ ਇਹ ਪਤਾ ਲੱਗਾ ਹੋਵੇ ਕਿ ਸਾਡੇ ਸਕੂਲ ਦਾ ਬੱਚਾ ਕੋਈ ਐਸੀ ਮਾੜੀ ਕੰਪਨੀ ਦੇ ਵਿੱਚ ਹੈ ਜਿਹਦੇ ਵਿੱਚ ਡਰੱਗਸ ਪ੍ਰਵੇਲ ਕਰਦੀਆਂ ਹੋਣ। ਸਾਰੀਆਂ ਗੱਲਾਂ ਤੋਂ ਬੱਚੇ ਨੂੰ ਪਿੱਛੇ ਕੀਤਾ ਜਾ ਸਕਦਾ ਹੈ। ਇਹ ਜਿਹੜੀਆਂ ਡਰੱਗਸ ਨੇ, ਇਹਦੇ ਤੇ ਬੰਦਾ ਡਿਪੈਂਡੈਂਟ ਹੋ ਜਾਂਦਾ। ਜਿਸ ਤਰ੍ਹਾਂ ਰੋਜ਼ਮਰਾ ਜ਼ਿੰਦਗੀ 'ਚ ਪਾਣੀ ਦੇ ਬਗੈਰ ਤੁਹਾਡੀ ਜ਼ਿੰਦਗੀ ਨਹੀਂ, ਉਸੇ ਤਰ੍ਹਾਂ ਜੇ ਬੱਚੇ ਡਰੱਗਸ ਲੈਣਾ ਸ਼ੁਰੂ ਕਰ ਦਿੰਦੇ ਨੇ ਤੇ ਉਹਦੀ ਡਿਪੈਂਡੈਂਸ ਹੋ ਜਾਂਦੀ ਹੈ। ਉਹਦੇ ਬਗੈਰ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਖਤਰੇ 'ਚ ਪੈ ਜਾਂਦੀ ਹੈ। ਇਸ ਕਰਕੇ ਉਹ ਐਡਿਕਟ ਹੋ ਜਾਂਦੇ ਨੇ। ਉਹਨਾਂ ਨੂੰ ਤੁਸੀਂ ਵਾਪਸ ਵੀ ਲਿਆਉਣਾ ਚਾਹੋ ਤੇ ਬੜਾ ਲੰਬਾ ਸਮਾਂ ਲੱਗਦਾ ਹੈ। ਉਹ ਵੀ ਬੜੀ ਵੱਡੀ ਇਨਵੈਸਟਮੈਂਟ ਹੈ, ਤੇ ਉਹ ਇਨਵੈਸਟਮੈਂਟ ਤੁਹਾਨੂੰ ਪਹਿਲਾਂ ਹੀ ਕਰਨੀ ਚਾਹੀਦੀ ਹੈ ਇਹਨਾਂ ਬੱਚਿਆਂ ਦੇ ਨਾਲ। ਵੱਧ ਤੋਂ ਵੱਧ ਸਮਾਂ ਇਹਨਾਂ ਨਾਲ ਗੁਜ਼ਾਰੋ। ਇਹ ਮਤ ਸੋਚੋ ਕਿ ਹਰ ਬੱਚੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਨਾਲ ਕੰਪੈਰੀਜ਼ਨ ਨਹੀਂ ਕਰਨਾ ਕਿ ਉਹ ਪੂਰਾ ਉੱਪਰ ਤੱਕ ਜਾਏਗਾ। ਜ਼ਰੂਰਤ ਹੈ ਸਾਨੂੰ ਉਹਨਾਂ ਦੀ ਸਪੋਰਟ ਕਰਨ ਦੀ, ਉਹਨਾਂ ਦੀ ਕੈਪੇਬਿਲਿਟੀ ਦੇ ਮੁਤਾਬਕ ਉਹਨਾਂ ਦੀ ਹੈਲਪ ਕਰਨ ਦੀ, ਨਾ ਕਿ ਉਹਨਾਂ ਤੇ ਪ੍ਰੈਸ਼ਰ ਪਾਉਣ ਦੀ। ਕਿਉਂਕਿ ਜਦੋਂ ਅਸੀਂ ਜ਼ਿਆਦਾ ਬੱਚੇ ਤੇ ਪ੍ਰੈਸ਼ਰ ਪਾਵਾਂਗੇ ਉਦੋਂ ਹੀ ਸਾਨੂੰ ਪ੍ਰੋਬਲਮਸ ਜਿਹੜੀਆਂ ਉਹ ਫੇਸ ਕਰਨੀਆਂ ਪੈਣਗੀਆਂ ਬੱਚਿਆਂ ਦੇ ਪੱਖੋਂ। ਔਰ ਖਾਸ ਕਰਕੇ ਜਿਹੜੇ ਬੱਚਿਆਂ ਨੇ ਸਾਹਿਲ ਤੇ ਮੈਨੂੰ ਇੰਝ ਲੱਗਦਾ ਸੀ ਕਿ ਇਸ ਵਾਰੀ ਵੁੱਡਸਟਾਕ ਪਾਰਟੀ ਬਣਾਈ ਜਾਏ ਤੇ ਉਹਦੇ ਵੱਲੋਂ ਇਹਨੂੰ ਬਟਾਲੇ ਦਾ ਕੈਂਡੀਡੇਟ ਅਨਾਉਂਸ ਕੀਤਾ ਜਾਏ। ਜਿਸ ਤਰ੍ਹਾਂ ਦਾ ਇਹਦਾ ਕੌਨਫੀਡੈਂਸ ਹੈ ਗੱਲਬਾਤ ਕਰਨ ਦਾ, ਔਰ ਬਹੁਤ ਹੀ ਹਰ ਬੱਚੇ ਦੀ ਪਰਫਾਰਮੈਂਸ ਜਿਹੜੀ ਸੀ ਆਊਟਸਟੈਂਡਿੰਗ ਸੀ। ਬੜੇ ਕੌਨਫੀਡੈਂਸ 'ਚ ਨੇ। ਜਿੱਥੇ ਇਹਨਾਂ ਨੇ ਆਪਣੀ ਜਿਹੜੀ ਮਦਰ ਟੰਗ ਹੈ ਔਰ ਨੈਸ਼ਨਲ ਲੈਂਗੁਏਜ ਹੈ, ਉਹਦੇ ਨਾਲ ਜਿਹੜੀ ਸਾਡੀ ਇੰਟਰਨੈਸ਼ਨਲ ਇਸ ਵੇਲੇ ਲੈਂਗੁਏਜ ਹੈ ਇੰਗਲਿਸ਼, ਉਹਦੇ 'ਚ ਵੀ ਪੂਰੀ ਮਹਾਰਤ ਦਿਖਾਈ ਹੈ। ਮੈਂ ਸਾਰੇ ਸਟਾਫ ਨੂੰ ਔਰ ਇਹਨਾਂ ਬੱਚਿਆਂ ਨੂੰ ਇਹਦੇ ਲਈ ਮੁਬਾਰਕਬਾਦ ਦਿੰਦਾ। ਤੇ ਨਾਲ ਹੀ ਪ੍ਰੋਫੈਸਰ ਓਮ ਪ੍ਰਕਾਸ਼ ਨੂੰ ਕਹਾਂਗਾ ਕਿ ਸਿਰਫ 2 ਮਿੰਟ ਲਈ ਆਓ, ਤਾਂ ਕਿ ਫਿਰ ਬੱਚਿਆਂ ਦੇ 2 ਹੋਰ ਪ੍ਰੋਗਰਾਮ ਨੇ, ਉਸ ਤੋਂ ਬਾਅਦ ਇਹ ਫੰਕਸ਼ਨ ਖਤਮ ਹੋਣਾ। ਥੈਂਕ ਯੂ। Respected Dr. Nijarjip, Mrs. Nijar, Madam Principal, parents, guests and dear students, it is really a matter of great privilege to be part of such a beautifully arranged annual program. Each and every item presented by the students speak volumes. That shows how committed and dedicated teachers are who manage to stage such beautiful items. We do need a healthy child, and for a healthy child, we do need such kind of activities where both body and mind are involved.
Academic is very important, but equally important are extracurricular activities where the body and mind are on the same frequencies. And once we have a healthy child, then I think he has every right to be a true human being and good student as well. Since I have been asked just to speak for 2 minutes, I wish the school all the best, and I must say with all confidence that Woodstock School is one such school where I think all kind of infrastructure is provided where the students can show their hidden talents, and the parents are supposed to adhere to all kind of programs which are launched by the school. Thank you very much. Thank you sir for sharing your views with us. 15 ਸਾਲਾਂ ਚ ਵੁੱਡਸਟਾਕ ਦੇ ਇਤਿਹਾਸ ਚ ਤੁਸੀਂ ਪਹਿਲੀ ਵਾਰ ਬਹੁਤ ਵਾਰ ਦੇਖਿਆ ਹੋਵੇਗਾ ਕਿ ਵਿਦਿਆਰਥੀਆਂ ਨੂੰ ਲੋਕ ਨਾਚ ਕਰਦਿਆਂ ਲੋਕ ਗੀਤ ਗਾਉਂਦਿਆਂ ਹੋਇਆ, ਪਰ ਪਹਿਲੀ ਵਾਰ ਤੁਸੀਂ ਅੱਜ ਦੇਖੋਗੇ ਕਿ ਵੁੱਡਸਟਾਕ ਦੇ ਵਿਦਿਆਰਥੀ ਯਾਨੀ ਕਿ ਗੱਭਰੂ ਅਤੇ ਮੁਟਿਆਰਾਂ ਨੂੰ ਪੰਜਾਬੀ ਵਿਰਸਾ ਪੰਜਾਬੀ ਸੱਭਿਆਚਾਰ ਦੇ ਸਾਜ਼ਾਂ ਤੇ ਨੱਚਦਿਆਂ ਨੂੰ ਤੇ ਅੱਡੀ ਮਾਰਦਿਆਂ ਨੂੰ ਅਤੇ ਗੀਤ ਗਾਉਂਦਿਆਂ ਨੂੰ ਜਿਹੜੀਆਂ ਚੀਜ਼ਾਂ ਉਸ ਤੋਂ ਪਹਿਲਾਂ ਮੈਂ ਸਾਹਿਲ ਨੂੰ ਬੁਲਾਨੀ ਆ ਕਿ ਉਹ ਦੱਸੇ ਕਿ ਉਹਦਾ ਮਾਡਰਨ ਪੰਜਾਬ ਵਧੀਆ ਸੀ ਕਿ ਸਾਡਾ ਅੱਜ ਦਾ ਪੰਜਾਬ, ਸਾਡਾ ਪੁਰਾਣਾ ਪੰਜਾਬ ਵਧੀਆ ਸੀ। ਮਾਡਰਨ ਪੰਜਾਬ ਜਿੱਥੇ ਬੱਚਿਆਂ ਨੂੰ ਆਪਣੇ ਮਾਂ-ਬਾਪ ਦਾ ਨਹੀਂ ਪਤਾ ਤੇ ਮਾਂ-ਬਾਪ ਨੂੰ ਆਪਣੇ ਬੱਚਿਆਂ ਦਾ ਨਹੀਂ ਪਤਾ ਤੇ ਨਾਲੇ ਬੱਚੇ ਥੋੜੇ ਨਸ਼ੇ ਕਰਨ ਵਾਸਤੇ ਆਪਣੇ ਮਾਂ-ਬਾਪ ਨੂੰ ਧੋਖਾ ਦੇ ਰਹੇ ਹਨ। ਹਾਂ ਬਾਪੂ, ਮੈਂ ਬਹੁਤ ਸ਼ਰਮਿੰਦਾ ਹਾਂ। ਸਾਡੇ ਪੰਜਾਬ 'ਚ ਬਹੁਤ ਕੁਝ ਗਲਤ ਹੋ ਰਿਹਾ ਹੈ, ਨਸ਼ੇ ਬਹੁਤ ਵੱਧ ਚੁੱਕੇ ਹਨ, ਪਰ ਇਹ ਹੁਣ ਹੋਰ ਨਹੀਂ ਹੋਏਗਾ। ਜਿਸ ਤਰ੍ਹਾਂ ਵੁੱਡਸਟਾਕ ਨੇ ਬੀੜਾ ਚੁੱਕਿਆ ਹੈ ਨਸ਼ੇ ਬੰਦ ਕਰਵਾਉਣ, ਮਤਲਬ ਨਸ਼ੇ ਵਗੈਰਾ ਖਤਮ ਕਰਾਉਣ ਤੇ ਆਪਣੀ ਪੰਜਾਬੀ ਮਾਂ ਬੋਲੀ ਨੂੰ ਵਾਪਸ ਲਿਆਉਣ ਲਈ, ਉਸ ਤਰ੍ਹਾਂ ਹਰ ਸਕੂਲ, ਹਰ ਸੰਸਥਾ, ਹਰ ਇੱਕ ਪੰਜਾਬੀ ਵਾਸੀ ਨੂੰ ਇਹ ਬੀੜਾ ਚੁੱਕਣਾ ਚਾਹੀਦਾ ਹੈ ਕਿ ਸਾਡੀ ਪੰਜਾਬੀ ਮਾਂ ਬੋਲੀ ਫੇਰ ਵਾਪਸ ਆਏ ਪੰਜਾਬੀ ਇੱਥੇ, ਜਿਵੇਂ ਵੁੱਡਸਟਾਕ 'ਚ ਬੋਲੀ ਜਾਂਦੀ ਜਿਸ ਤਰ੍ਹਾਂ, ਤੇ ਇਸ ਤਰ੍ਹਾਂ ਹੀ ਆਪਣੀ ਪੰਜਾਬੀ ਬੋਲੀ ਨੂੰ ਵਾਪਸ ਲਾਓ, ਨਸ਼ੇ ਛੱਡੋ। That's all. Thank you so much. ਸ਼ਾਬਾਸ਼ ਪੁੱਤਰਾ ਸ਼ਾਬਾਸ਼, ਮੈਨੂੰ ਮਾਣ ਆ ਤੇਰੀ ਸੋਚ ਤੇ ਕਿ ਤੇਰੀ ਸੋਚ ਹੁਣ ਬਦਲ ਗਈ ਹੈ ਤੇ ਮੈਂ ਜਾਣਦਾ ਕਿ ਹੁਣ ਆ ਸਾਰੇ ਲੋਕ ਸਮਝ ਗਏ ਹੋਣਗੇ ਤੇ ਮੈਂ ਹੁਣ ਯਕੀਨ ਨਾਲ ਕਹਿ ਸਕਦਾ ਕਿ ਸਾਡਾ ਪੰਜਾਬ ਹੁਣ ਬਦਲ ਕੇ ਰਹੇਗਾ। Thank you so much. ਇਹ ਪੰਜਾਬ ਦੇ ਸੱਭਿਆਚਾਰ ਲਈ, ਸਾਡੇ ਪੰਜਾਬੀ ਵਿਰਸੇ ਲਈ ਜਿਹੜੀਆਂ ਚੀਜ਼ਾਂ ਸਾਡੇ ਨਾਲ ਜਾਂਦੀਆਂ ਨੇ, ਅੱਖਾਂ 'ਚ ਸਮੁੰਦਰ, ਅੱਖਾਂ 'ਚ ਮਹਿਕ ਬਾਲ ਪੰਜਾਬੀ ਦਾ, ਚੱਖੜਾਂ ਦੇ ਵਿੱਚ ਰੱਖਦੇ ਦੀਵਾ ਬਾਲ ਪੰਜਾਬੀ ਦਾ, ਜੋ ਆਖਣ ਵਿੱਚ ਪੰਜਾਬੀ ਵਸਤ ਪੰਜਾਬੀ ਤਹਿਜ਼ੀਬ ਨਹੀਂ, ਪੜ ਕੇ ਵੇਖਣ ਵਾਰਿਸ ਬੁੱਲਾ ਬਾਹੂ ਲਾਲ ਪੰਜਾਬੀ ਦਾ। ਮੇਰਾ ਰੰਗਲਾ ਪੰਜਾਬ, ਮੇਰਾ ਨੱਚਦਾ ਪੰਜਾਬ, ਰੰਗਲੇ ਪੰਜਾਬ ਦੇ ਰੰਗਾਂ ਵਿੱਚੋਂ ਪੰਜਾਬ ਦਾ ਇੱਕ ਲੋਕ ਰੰਗ, ਸਹਿਬਰ ਸਾਜਾਂ ਦੀ ਜਿਸ ਵਿੱਚ ਢੋਲ ਦਾ ਡਗਾ, ਘੜੇ ਦਾ ਕੜਕਾ ਤੇ ਬੁਕਚੂ ਦੀ ਰੌਣਕ ਤੇ ਸਰੰਗੀ ਦੀ ਮਿੱਠੜੀ ਰੂਪ ਦਿਲਾਂ ਨੂੰ ਛੋ ਜਾਂਦੀ ਹੈ। ਜਦੋਂ ਪੰਜਾਬ ਦੇ ਲੋਕ ਸਾਜ਼ ਇਕੱਠੇ ਹੋ ਕੇ ਵੱਜਦੇ ਤਾਂ ਦਿਲ ਦੀਆਂ ਤਾਰਾਂ ਨੂੰ ਵਾਕਿਆ ਹੀ ਛੋ ਜਾਂਦੇ ਨੇ ਜੀ। ਤੇ ਲਓ ਜੀ, ਇਸੇ ਹੀ ਸਾਜ਼ਾਂ ਦੇ ਰੰਗਾਂ ਨੂੰ ਬਿਖੇਰਦੇ ਹੋਏ ਵੁੱਡਸਟਾਕ ਦੇ ਗੱਭਰੂ ਤੇ ਮੁਟਿਆਰਾਂ ਲੈ ਕੇ ਆ ਰਹੇ ਨੇ ਜੀ ਪੰਜਾਬ ਦਾ ਲੋਕ ਨਾਚ ਸਹਿਬਰ ਸਾਜ਼ਾਂ ਦੇ। ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕਰੋ।
जिसमें भगवान का उपदेश है, गीता जिसमें अच्छे और बुरे कर्मों के फलों के बारे में बताया गया है। अब अनीश कर्म क्या है? चलो तुम्हें एक नाटक के रूप में अच्छे और बुरे कर्मों के फलों के बारे में बताता हूँ। देखते हैं। कर्म करो, फल की चिंता मत करो, ये कहने से पहले कुछ सोचा तो करो। बिना फल की इच्छा के क्या कोई कर्म कर पाए? पैसे के लिए ही तो हम नौकरी धंधे पर जाएं। शास्त्रों में कहा गया है कि यदि मनुष्य मृत्यु से पहले इस जन्म में मन, वाणी और शरीर द्वारा किए गए पापों का प्रायश्चित नहीं करता तो वह मृत्यु के बाद अवश्य ही नरकों को प्राप्त होता है और भयंकर दुखों को भोगता है। इसलिए मृत्यु आने से पहले जब तक शरीर में सामर्थ्य है पापों का प्रायश्चित कर लेना चाहिए, नहीं तो पापों के फल बढ़ते जाएंगे। लेकिन प्रायश्चित करने के बाद भी यदि मनुष्य से पाप होते रहें तो कोई बुद्धिमानी नहीं है। अतः शास्त्रों के अनुसार सबसे बड़ा प्रायश्चित ये है कि भगवान के पूर्ण ज्ञान को समझना और भक्ति के विधि विधानों का पालन करना, वह भगवान का नाम जप करना। शुद्ध भक्त के निर्देशन अर्थात सेवा से मनुष्य के समस्त पाप अपने आप ही नष्ट हो जाते हैं। यदि पापी से पापी व्यक्ति भी शुद्ध भक्त की सेवा में लग जाता है अर्थात भगवान के प्रति समर्पण को सीख जाता है तो वह पूर्ण शुद्ध हो जाता है। आइए अजामिल पापी की कथा से सीखें कि कैसे भगवान का नाम लेने मात्र से समस्त प्रकार के पापों से मुक्त हुआ जा सकता है और भक्ति का अभ्यास करके भगवान के धाम को प्राप्त किया जा सकता है। अजामिल नामक ब्राह्मण अपने जीवन के वह गुणों वाला, अच्छे चाल चलन वाला, वैदिक आदेशों को मानने वाला, मन इंद्रियों को वश में रखने वाला, शुद्ध सरल, सभी का उपकारी तथा ईर्ष्या से रहित व्यक्ति था।
पिताजी की आज्ञा से अजामिल जब जंगल गया तो वहां उसने उस सुंदरी को देखा। अजामिल उस सुंदरी को देखकर सहसा मोहित और काम के वश में हो गया। उसने अपने मन को रोकने की बहुत बहुत चेष्टाएं की, परंतु पूरी शक्ति लगा देने पर भी वह अपने मन को रोकने में असमर्थ रहा। मन ही मन उस सुंदरी का चिंतन करने लगा और अपने धर्म से विमुख हो गया। अपने पिता का सारा धन उस सुंदरी को तुष्ट करने में खर्च दिया। उस सुंदरी के लिए अपने सारे ब्राह्मण कर्म भी छोड़ दिए। सुंदरी की संगति पाकर उसने अपनी सुंदर तरुणी पत्नी तक को घर से निकाल दिया, जो सम्मानित ब्राह्मण कुल से थी। उच्च ब्राह्मण कुल में दिल का ये जोर सही, ये यार नहीं, दिल का ये जोर सही, जोर सही, एक यार नहीं, दिल का ये जोर सही। तेरा नहीं मेरा नहीं दोष है ये किसका, दिल टूट मेरा दोष है ये किसका, तेरी नहीं मेरी नहीं दोष है ये। रूठ गया टूट गया दिलों का ये रिश्ता, इस रिश्ते की कोई मंजिल नहीं। दिल जो न टूटे वो तो दिल नहीं, जहाँ दिल को सुकून उन्हीं रास्तों पे चलना है। पूछेगा ना कोई तुम्हें गिरना संभलना है, मरेगा दीवाना मुझे प्यार नहीं करना, नहीं है दिल लगाना। वो कसम है वो यादें हम पे हंसने लगी है, मेरे दिल की बेचैनी मेरे बस में नहीं है। दूरियों की तलवार सीने में दी उतार, पर सुन तू न पाया मेरे दिल की पुकार, सुन तू न पाया मेरे दिल की सुकार, सुन तू न पाया दिल की पुकार। ठीक है, घर न ताना अगर लेके नहीं आओगे तो ठीक है। अरे अब मैं क्या करूं, कहां से लाऊं इतना धन, क्या करूं, इसे लूटूं, क्या करूं। अरे वाह, ये तो बहुत अमीर लग रहा है, इसके वस्त्र भी अच्छे लग रहे हैं, ये तो सोने की पंखी से हवा दे रहा है, इसे लूटता हूं। भाई साहब। जी भाई साहब। क्या आप मुझे बता सकते हैं कि नीलकंठ झील कहाँ है? अच्छा, तो आपको नीलकंठ झील जाना है? जी हाँ, मुझे नीलकंठ झील जाना है। यह बहुत सुंदर झील है, आप ऐसा कीजिए आगे जाके दाहिने मुड़ जाइए। क्या कहा आपने, आगे जाके दाहिने? जी नहीं, दाहिने। क्या आप एक बार मुझे रास्ता दिखा सकते हैं? जी हाँ। धन निकाल, जितना धन है निकाल, निकाल और निकाल, निकाल। अरे वाह, इतना धन बहुत होगा। ये लो तुम्हारा धन। इतना थोड़ा धन? तुम्हें एक बार समझ नहीं आया था कि मैंने बोला था बहुत सारा धन लाना? अरे अब मैं क्या करूं, किस किस को लूटूं? मुझे नहीं पता, किसी और को लूट लो। ठीक है, क्या तुम इससे गुजारा कर सकती हो? चलो ठीक है, मैं तब तक इससे गुजारा कर लूंगी, पर बाद में लेकर आना। ठीक है, मैं कोशिश करता हूँ। उच्च ब्राह्मण कुल में उत्पन्न अजामिल सुंदरी की संगति के कारण उचित अनुचित रीति से धन कमाकर सुंदरी व उसके पुत्र पुत्रियों